ਵਾਹਿਗੁਰੂ 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 ਵਾਹਿਗੁਰੂ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਪਰਮ ਸਤਿਕਾਰਯੋਗ ਚਵਰ ਤਖਤ ਛਤਰ ਦੇ ਮਾਲਿਕ ਵਾਲੇ ਕੁਲ ਆਲਮ ਪੈਗੰਬਰੇ ਕਾਇਨਾਤ ਸ੍ਰਿਸ਼ਟੀਏ ਰਹਿਬਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜੂਰ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਬੜੇ ਪਿਆਰ ਦੇ ਨਾਲ ਇੱਕ ਦਫਾ ਫਿਰ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਜੀ। ਦੋਵੇਂ ਹੱਥ ਜੋੜ ਸੱਚੇ ਪਾਤਸ਼ਾਹ ਜੀਆਂ ਨੂੰ ਸੀਸ ਨਿਵਾਉਂਦੇ ਹੋਏ ਬੜੇ ਅਦਬ ਦੇ ਨਾਲ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਨਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਹਾਂਗੀਰ ਬਾਦਸ਼ਾਹ ਦੇ ਸੱਦੇ ਨੂੰ ਕਬੂਲ ਕਰਦੇ ਹੋਏ ਦਿੱਲੀ ਗਏ ਨੇ। ਕਹਿੰਦੇ ਨੇ ਮਜਨੂ ਦੇ ਟਿੱਲੇ ਪਾਤਸ਼ਾਹ ਜੀਆਂ ਨੇ ਉਤਾਰਾ ਕੀਤਾ ਹੈ, ਜਿੱਥੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ। ਬੇਸਬਰੀ ਦੇ ਨਾਲ ਉਡੀਕਦੇ ਹੋਏ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਸਤਿਗੁਰੂ ਪਾਤਸ਼ਾਹ ਜੀ ਨੂੰ ਲੈਣ ਭੇਜਿਆ ਹੈ। ਘੋੜੇ ਤੇ ਅਸਵਾਰ ਹੋਏ ਨੇ 5 ਸਿੱਖਾਂ ਨੂੰ ਭਾਈ ਜੇਠਾ ਜੀ ਆਦਿਕ ਸਿੱਖ ਨਾਲ ਲਏ। ਜਿਸ ਵੇਲੇ ਪਾਤਸ਼ਾਹ ਜੀ ਜਹਾਂਗੀਰ ਬਾਦਸ਼ਾਹ ਦੇ ਮਹਿਲਾਂ ਵਿੱਚ ਪਹੁੰਚੇ ਨੇ, ਕਹਿੰਦੇ ਨੇ ਬੜੇ ਅਦਬ ਦੇ ਨਾਲ ਸਤਿਗੁਰੂ ਜੀ ਦੇ ਬੈਠਣ ਦੇ ਲਈ ਆਪਣੇ ਤਖਤ ਦੇ ਬਰਾਬਰ ਇੱਕ ਚੌਂਕੀ ਡਾਈ ਹੈ, ਜਿਹਦੇ ਉੱਤੇ ਬੜੀ ਕੀਮਤੀ ਸੋਜਨੀ ਵਿਛਾਈ ਹੋਈ ਸੀ। ਜਿਸ ਵੇਲੇ ਪਾਤਸ਼ਾਹ ਜੀ ਆ ਕਰਕੇ ਬਿਰਾਜਮਾਨ ਹੋਏ ਨੇ, ਜੈਸਾ ਸਤਿਗੁਰ ਸੁਨੀਦਾ ਤੈਸੋ ਹੀ ਮੈਂ ਡੀਠ। ਜਿੰਨਾ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੁਣੀ ਸੀ, ਉਹਦੇ ਨਾਲੋਂ ਹਜ਼ਾਰਾਂ ਗੁਣਾ ਵੱਧ ਸਤਿਗੁਰੂ ਜੀ ਦੇ ਚਿਹਰੇ ਦਾ ਤੇਜ ਦੇਖ ਕਰਕੇ ਜਹਾਂਗੀਰ ਬਾਦਸ਼ਾਹ ਦੇਖਦਾ ਹੀ ਰਹਿ ਗਿਆ। ਸਤਿਗੁਰੂ ਮਹਾਰਾਜ ਜੀ ਇਸ ਪ੍ਰਕਾਰ ਸਜ ਬੈਠੇ ਨੇ। ਆਓ ਬੜੇ ਪਿਆਰ ਦੇ ਨਾਲ ਇਸ ਤੋਂ ਅੱਗੇ ਸਰਵਨ ਕਰੋ ਜੀ। ਇੱਕ ਦਫਾ ਪ੍ਰੇਮ ਸਹਿਤ ਉਚਾਰਨ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। लेकर गए शाहू के तीर, बैठ गए चौकी पर तीर। वजीर खां आदਿਕ ਹਾਕਮ ਮਹਾਰਾਜ ਜੀਆਂ ਨੂੰ ਬਾਦਸ਼ਾਹ ਜੀ ਦੀ ਸਭਾ ਵਿੱਚ ਲੈ ਕੇ ਗਏ ਨੇ ਔਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਦੇ ਪਾਸ ਜਿੱਥੇ ਪਾਤਸ਼ਾਹ ਜੀ ਦੇ ਲਈ ਚੌਕੀ ਡਾਈ ਗਈ ਸੀ, ਉਹਦੇ ਤੇ ਬਿਰਾਜਮਾਨ ਹੋਏ ਹਨ ਜੀ। ਸਾਦਰ ਬੰਦਨ ਕਰ ਕੈ ਸ਼ਾਹੋ, ਰੂਪ ਬਿਲੋਕਤ ਬੈਠੇ ਪਾਹੋ। ਬੜੇ ਅਦਬ ਦੇ ਨਾਲ ਬੰਦਨਾ ਕੀਤੀ ਹੈ ਬਾਦਸ਼ਾਹ ਨੇ। ਫਿਰ ਪਾਵਨ ਮੁਖ ਤੋਂ ਵਾਰੇ ਵਾਰੇ ਜਾਂਦਾ ਹੋਇਆ ਰੱਜ ਰੱਜ ਕੇ ਦੀਦਾਰ ਕਰ ਰਿਹਾ ਹੈ। ਮਨਹੁ ਬੀਰ ਰਸ ਧਰਿਓ ਸਰੀਰਾ, ਦਿਪਤ ਪ੍ਰਤਾਪ ਰਿਦੇ ਗੰਭੀਰਾ। ਮਾਨੋ ਵੀਰ ਰਸ ਨੇ ਸਰੀਰ ਧਾਰਨ ਕੀਤਾ ਹੋਵੇ, ਵੱਡਾ ਪ੍ਰਤਾਪ ਪ੍ਰਕਾਸ਼ਮਾਨ ਹੋ ਰਿਹਾ ਸੀ ਅਤੇ ਹਿਰਦਾ ਬਹੁਤ ਹੀ ਗਹਿਰ ਗੰਭੀਰ ਸੀ।
ਹਜਰਤ ਹੇਰਤ ਬਿਸਮ ਵਿਚਾਰੀ ਇਹ ਗਾਦੀ ਸੰਤਨ ਮਤ ਧਾਰੀ। ਤੇ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਦੀਦਾਰ ਕਰਨ ਤੋਂ ਬਾਅਦ ਥੋੜਾ ਜਿਹਾ ਬਾਦਸ਼ਾਹ ਹੈਰਾਨ ਹੋਇਆ ਹੈ। ਸ਼ਸਤਰ ਧਾਰਨ ਕੀਤੇ ਹੋਏ ਨੇ, ਸੁੰਦਰ ਵੱਡੀ ਸ਼ਹਿਨਸ਼ਾਹਾਂ ਵਾਲੀ ਦਸਤਾਰ ਸਜੀ ਹੋਈ ਹੈ। ਇਤਿਆਦਿਕ ਦੇਖ ਕਰਕੇ ਬਾਦਸ਼ਾਹ ਹੈਰਾਨ ਹੋ ਕੇ ਸੋਚਦਾ ਹੈ ਵੀ ਇਹ ਗੱਦੀ ਤੇ ਸੰਤ ਮਤ ਵਾਲਿਆਂ ਨੇ ਧਾਰਨ ਕੀਤੀ ਸੀ। ਗੁਰੂ ਪ੍ਰਥਮ ਸਭ ਤੈਸੇ ਭਏ ਇਨਕੀ ਕ੍ਰਾਂਤੀ ਲਿਓ ਮਤ ਨਏ। ਸੋ ਪਹਿਲੇ ਸਾਰੇ ਗੁਰੂ ਸਾਹਿਬਾਨ ਸੁਣਿਆ ਹੈ ਬੜੀ ਫਕੀਰੀ ਔਰ ਬੰਦਗੀ ਵਾਲੇ ਸਨ। ਸੋ ਇਹਨਾਂ ਦੀ ਤਬਦੀਲੀ ਤੋਂ ਨਜ਼ਰ ਆਉਂਦਾ ਹੈ ਇਹਨਾਂ ਨੇ ਜਿਵੇਂ ਕੋਈ ਨਵਾਂ ਮਤ ਧਾਰਨ ਕੀਤਾ ਹੋਵੇ, ਜਾਂ ਇਹਨਾਂ ਦੇ ਖਿਆਲ ਪਹਿਲੇ ਗੁਰੂ ਸਾਹਿਬਾਨਾਂ ਨਾਲੋਂ ਵੱਖਰੇ ਹੋਵਨ। ਵਹਿਰ ਬੇਸ ਮਹਿ ਪਰਕ ਮਹਾਨਾ ਅੰਤਰਗੀ ਗਤ ਜਾਏ ਨਾ ਜਾਣਾ। ਕਿਉਂਕਿ ਇਹਨਾਂ ਦੇ ਬਾਹਰਲੇ ਭੇਸ ਵਿੱਚ ਫਰਕ ਹੈ। ਸ਼ਸਤਰ ਧਾਰਨ ਕੀਤੇ ਹੋਏ ਨੇ, ਪਹਿਲੇ ਗੁਰੂ ਸਾਹਿਬਾਨ ਸ਼ਸਤਰਧਾਰੀ ਨਹੀਂ ਸਨ। ਬਾਹਰਲੇ ਭੇਖ ਵਿੱਚ ਫਰਕ ਹੈ। ਸੋ ਇਹਨਾਂ ਦੇ ਅੰਦਰ ਦੀ ਗਤੀ ਨੂੰ ਜਾਣਿਆ ਨਹੀਂ ਜਾ ਸਕਦਾ ਜੀ। ਜੇ ਮਤ ਰਾਜ ਸਾਜ ਕੋ ਧਾਰੀ ਹਿੰਦੂ ਤੁਰਕ ਜਿਮ ਦਾਵੇ ਕਾਰੇ। ਜੇ ਇਹ ਮਤ ਰਾਜ ਸਾਜ ਵਾਸਤੇ ਧਾਰਨ ਕੀਤਾ ਹੈ, ਹਿੰਦੂ ਤੁਰਕ ਜਿਵੇਂ ਦਾਵਾ ਬੰਨ੍ਹਦੇ ਨੇ, ਜਿਵੇਂ ਲੋਕ ਇਹਨਾਂ ਬਾਰੇ ਕਹਿੰਦੇ ਨੇ ਇਹ ਜੰਗ ਯੁੱਧ ਕਰ ਸਕਦੇ ਨੇ, ਇਹ ਬਗਾਵਤ ਕਰ ਸਕਦੇ ਨੇ। ਬਾਦਸ਼ਾਹ ਸੋਚਦਾ ਹੈ ਜੇ ਇਸ ਕਰਕੇ ਇਹਨਾਂ ਨੇ ਸ਼ਸਤਰ ਧਾਰਨ ਕੀਤੇ ਹਨ ਤੋ ਨਿਜ ਗਾਦੀ ਰੀਤ ਬਿਗਾਰੀ ਹੋਏ ਨਾ ਵਡਿਆਈ ਪੁਨ ਭਾਰੀ। ਫੇਰ ਇਹਨਾਂ ਨੇ ਗੁਰਤਾ ਗੱਦੀ ਦੀ ਰੀਤ ਨੂੰ ਵਿਗਾੜ ਦਿੱਤਾ ਹੈ। ਭਾਵ ਕਿ ਜਿਵੇਂ ਫਕੀਰਾਂ ਦੀ ਗੱਦੀ ਚੱਲੀ ਆਉਂਦੀ ਸੀ, ਜੇ ਇਹ ਜੰਗ ਯੁੱਧਾਂ ਵਿੱਚ ਪੈ ਗਏ ਫਕੀਰੀ ਮਤ ਛੱਡ ਦੇਣਗੇ। ਤੇ ਜੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਸੁਭਾਅ ਵਾਲੇ ਹੋਏ, ਇਹਨਾਂ ਦੀ ਫਿਰ ਪਹਿਲੇ ਗੁਰੂਆਂ ਵਾਂਗ, ਗੁਰੂ ਸਾਹਿਬਾਨਾਂ ਵਾਂਗ ਵਡਿਆਈ ਨਹੀਂ ਹੋਵੇਗੀ। ਇਹ ਮਨ ਹੀ ਮਨ ਦੇ ਵਿੱਚ ਜਹਾਂਗੀਰ ਵਿਚਾਰ ਕਰਦਾ ਹੈ ਜੀ। ਜੇ ਅੰਤਰ ਮਤ ਸੰਤਨ ਹੋਏ ਬਾਹਰ ਵੇਖ ਬਿਗਾਰ ਨਾ ਕੋਈ। ਅਤੇ ਜੇ ਇਹਨਾਂ ਦਾ ਅੰਦਰਲਾ ਮਤ ਭਾਵ ਇਹਨਾਂ ਦਾ ਹਿਰਦਾ ਪੀਰਾਂ ਫਕੀਰਾਂ ਵਰਗਾ ਹੀ ਹੈ, ਪਹਿਲੇ ਗੁਰੂ ਸਾਹਿਬਾਨਾਂ ਵਾਂਗ ਹੀ ਹੈ, ਫਿਰ ਬਾਹਰਲੇ ਇਸ ਵੇਖ ਭੇਸ ਦੇ ਨਾਲ ਕੋਈ ਵਿਗਾੜ ਨਹੀਂ ਹੋਵੇਗਾ। ਤਥਾ ਪ੍ਰਸ਼ਨ ਕਰ ਪਰਖੋਂ ਅਬੈ ਐਮ ਵਿਚਾਰ ਬੋਲਿਓ ਬਚ ਤਬੈ। ਸੋ ਜਹਾਂਗੀਰ ਸੋਚਦਾ ਹੈ ਵੀ ਮੈਂ ਇਹਨਾਂ ਦੀ ਪਰਖ ਕਰਦਾ ਹਾਂ, ਪਤਾ ਚੱਲ ਜਾਵੇਗਾ। ਇਹਨਾਂ ਦੀ ਪਰਖ ਕਰਨ ਦੇ ਨਾਲ ਇਹਨਾਂ ਨੂੰ ਸਵਾਲ ਕਰਕੇ ਪਰਖਦਾ ਹਾਂ। ਸੁਨੋ ਪੀਰ ਜੀ ਜਗ ਮਤ ਦੋਏ ਹਿੰਦੂ ਤੁਰਕ ਨਰ ਸਭ ਕੋਏ। ਹਿੰਦੂ ਤੁਰਕ ਮਹਿ ਨਰ ਸਭ ਕੋਏ। ਜਹਾਂਗੀਰ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਹੈ, ਸਤਿਗੁਰੂ ਹੇ ਪੀਰ ਜੀ ਸੁਣੋ, ਜਗਤ ਵਿੱਚ ਦੋ ਵੱਡੇ ਮਤ ਹਨ, ਹਿੰਦੂਆਂ ਅਤੇ ਤੁਰਕਾਂ ਵਿੱਚ। ਇਹਨਾਂ ਦੋ ਮਤਾਂ ਵਿੱਚ ਮਨੁੱਖਤਾ ਵੰਡੀ ਹੋਈ ਹੈ। ਰਾਮ ਖੁਦਾਏ ਕਿਰਪਾਲ ਕਰੀਮ ਅੱਲਾਹ ਅਕਾਲ ਅਨੰਤ ਰਹੀਮ। ਸੋ ਇਸ ਤਰ੍ਹਾਂ ਕੋਈ ਰਾਮ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਕਿਰਪਾਲੂ ਕਰੀਮ ਕਹਿੰਦਾ ਹੈ। ਅੱਲਾਹ ਦੀ ਧੁਨ ਗੂੰਜਦੀ ਹੈ। ਅਕਾਲ ਅਤੇ ਅਨੰਤ ਰਹੀਮ ਇਹ ਸਾਰੇ ਨਾਮ ਇਹਨਾਂ ਦੋ ਮਤਾਂ ਵਿੱਚ ਵਰਤੇ ਜਾਂਦੇ ਹਨ। ਇਮ ਕਹੈ ਕਿਰਿਆ ਪ੍ਰਿਥਕ ਹੀ ਕਰੈ ਨਿਜ ਨਿਜ ਕੋ ਸ਼ੁਭ ਸਭੇ ਉਚਰੈ। ਇੰਜ ਕਹਿ ਕੇ ਆਪਣੀ ਪੂਜਾ ਅਤੇ ਬੰਦਗੀ ਦੀ ਸਾਰੇ ਵੱਖ-ਵੱਖ ਕਿਰਿਆ ਕਰਦੇ ਨੇ। ਜਿਵੇਂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਰਾਮ ਰਾਮ ਦੀ ਤਸਬੀਹ ਫੇਰਦਾ ਹੈ, ਕੋਈ ਖੁਦਾ ਖੁਦਾ ਅੱਲਾਹੂ ਅੱਲਾਹੂ ਦੀ ਧੁਨ ਵਿੱਚ ਟਿਕਿਆ ਹੋਇਆ ਹੈ।
ਆਪੋ ਆਪਣੀ ਸਾਰੇ ਵੱਖਰੋ ਵੱਖਰੇ ਤਰੀਕਿਆਂ ਦੇ ਨਾਲ ਪਾਠ ਪੂਜਾ ਕਰਦੇ ਹਨ। ਕੌਣ ਦੋਨ ਮਹਿ ਆਛੋ ਹੈ, ਜਗ ਬੰਧਨ ਤੇ ਕੋ ਛੁਟ ਰਹਿ। ਤੇ ਆਪੋ ਆਪਣੀ ਮਜ਼ਹਬ ਨੂੰ ਹਰ ਕੋਈ ਉੱਚਾ ਤੇ ਸੁੱਚਾ ਦੱਸਦਾ ਹੈ। ਹਿੰਦੂ ਨੂੰ ਪੁੱਛੋ ਸਨਾਤਨ ਮਤ ਨੂੰ ਮਹਾਨ ਮੰਨਦਾ ਹੈ, ਮੁਸਲਮਾਨ ਨੂੰ ਪੁੱਛੀਏ ਇਸਲਾਮ ਤੋਂ ਅੱਗੇ ਕਹਿੰਦਾ ਕੱਖ ਵੀ ਨਹੀਂ ਹੈ। ਸੋ ਸੱਚੇ ਪਾਤਸ਼ਾਹ ਜੀ, ਤੁਹਾਡਾ ਕੀ ਖਿਆਲ ਹੈ, ਤੁਹਾਡੀ ਕੀ ਰਾਏ ਹੈ? ਕੌਣ ਦੋਨ ਮਹਿ ਆਛੋ ਹੈ, ਜਗ ਬੰਧਨ ਤੇ ਕੋ ਛੁਟ ਰਹਿ। ਇਹਨਾਂ ਦੋਵਾਂ ਵਿੱਚੋਂ ਕੌਣ ਚੰਗਾ ਹੈ? ਦੋਵਾਂ ਮਜ਼ਹਬਾਂ ਦੇ ਵਿੱਚੋਂ ਇਸਲਾਮ ਮਤ ਜਾਂ ਸਨਾਤਨ ਮਤ, ਇਹਨਾਂ ਵਿੱਚੋਂ ਕੌਣ ਚੰਗਾ ਹੈ? ਜਹਾਂਗੀਰ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਜੀ। ਸ਼੍ਰੀ ਹਰਗੋਬਿੰਦ ਸੁਨਤ ਬਖਾਨਾ, ਸਿਰਜਨਹਾਰ ਏਕ ਹਮ ਜਾਨਾ। ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ, ਜਦੋਂ ਬਾਦਸ਼ਾਹ ਦੇ ਸਵਾਲ ਨੂੰ ਸੁਣਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਤੁਸੀਂ ਦੋ ਦੀ ਗੱਲ ਕਰ ਰਹੇ ਹੋ। ਦੋ ਮਜ਼ਹਬ, ਦੋ ਤਰ੍ਹਾਂ ਦੇ ਵੱਖ-ਵੱਖ ਇਹ ਲੋਕ। ਮਹਾਰਾਜ ਜੀ ਕਹਿੰਦੇ, ਤੁਸੀਂ ਦੋ ਦੇ ਵਿੱਚ ਹੋ, ਪਰ ਅਸੀਂ ਇੱਕ ਵਿੱਚ ਹਾਂ ਤੇ ਇੱਕ ਨੂੰ ਹੀ ਜਾਣਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਅਸੀਂ ਸਿਰਜਣਹਾਰ ਕੇਵਲ ਇੱਕ ਨੂੰ ਹੀ ਮੰਨਦੇ ਹਾਂ। ਇੱਕ ਸਮ ਪੰਚੋ ਤਤ ਤੇ ਬਨੇ, ਇੰਦਰੇ ਦੇਹ ਏਕ ਸਮ ਸਨੇ। ਜੇ ਬਣਾਉਣ ਵਾਲਾ ਇੱਕ ਹੈ, ਉਹਦੇ ਬਣਾਏ ਹੋਏ ਵੀ ਸਾਰੇ ਇੱਕ ਨੇ। ਮਹਾਰਾਜ ਜੀ ਕਹਿਣ ਲੱਗੇ, ਪੰਜਾਂ ਤੱਤਾਂ ਤੋਂ ਹੀ ਸਾਰੇ ਬਣੇ ਨੇ। ਸਾਰਿਆਂ ਦੇ ਇੰਦਰੀ, ਸਰੀਰ ਅਤੇ ਬਣਤਰ ਇੱਕ ਸਮਾਨ ਹੈ। ਕਰਨਹਾਰ ਕੋ ਸਿਮਰਹਿ ਜੋਏ, ਸਭ ਤੇ ਦੀਰਘ ਜਨ ਹੋ ਸੋਏ। ਤੇ ਰਹਿਆ ਸਵਾਲ ਕਿ ਦੋਵਾਂ ਵਿੱਚੋਂ ਵੱਡਾ ਕੌਣ ਹੈ? ਜਿਵੇਂ ਇੱਕ ਥਾਂ ਤੇ ਮਹਾਨ ਬਚਨ ਆਉਂਦਾ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜੇ ਇਹ ਸਵਾਲ ਹੈ ਵੀ ਦੋਹਾਂ ਵਿੱਚੋਂ ਚੰਗਾ ਕੌਣ ਹੈ, ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਇੱਕ ਓੰਕਾਰ ਦਾ ਸਿਮਰਨ ਕਰਦਾ ਹੈ, ਉਹਦਾ ਭਾਵੇਂ ਕੋਈ ਵੀ ਮਜ਼ਹਬ, ਕੋਈ ਵੀ ਮਤ ਹੋਵੇ, ਜਿਹੜਾ ਇੱਕ ਦੇ ਨਾਲ ਜੁੜਿਆ ਹੈ, ਉਹ ਸਭ ਤੋਂ ਵੱਡਾ ਹੈ। ਉਹ ਸਾਰਿਆਂ ਤੋਂ ਸਿਆਣਾ ਹੈ, ਸਮਝਦਾਰ ਹੈ। ਜਿਹੜਾ ਇੱਕ ਦੇ ਵਿੱਚ ਲੀਨ ਹੋਇਆ ਹੈ, ਉਸੇ ਨੂੰ ਵੱਡਾ ਜਾਣੋ। ਇਸ ਪਰ ਭਗਤ ਕਬੀਰ ਬਖਾਨਾ, ਦੁਹੂ ਦਿਸ਼ਨ ਕੋ ਭੇਦ ਮੁਟਾਨਾ। ਕਬੀਰ ਸਾਹਿਬ ਜੀ ਨੇ ਵੀ ਇਹਦੇ ਤੇ ਬੜਾ ਸੋਹਣਾ ਕਿਹਾ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰਿਆਂ ਦਾ ਇੱਕ ਨੂਰ ਤੋਂ ਹੀ ਦੁਨੀਆ ਤੇ ਆਵਨਾ ਹੋਇਆ ਹੈ ਜੀ। ਸੁਨ ਹਜ਼ਰਤ ਨੇ ਹਿਰਦੇ ਵਿਚਾਰਾ, ਨਯੋ ਬੈਸ ਇੱਕ ਬਾਹਰ ਧਾਰਾ। ਕਹਿੰਦੇ, ਜਦੋਂ ਇਹ ਜਵਾਬ ਸੁਣਿਆ ਤੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ। ਪਹਿਲੇ ਉਹਨੇ ਸਤਿਗੁਰੂ ਜੀ ਦੇ ਬਾਹਰੀ ਸਰੂਪ ਤੋਂ ਅੰਦਾਜ਼ਾ ਲਗਾਇਆ, ਸ਼ਸਤਰ ਧਾਰਨ ਕਰ ਲੈ, ਤਖਤ ਤੇ ਬੈਠਦੇ ਨੇ, ਫੌਜਾਂ ਰੱਖ ਰਹੇ ਨੇ। ਹੋ ਸਕਦਾ ਪਹਿਲੇ ਗੁਰੂਆਂ ਵਾਲਾ ਇਹਨਾਂ ਦਾ ਖਿਆਲ ਨਾ ਹੋਵੇ, ਪਰ ਜਦੋਂ ਹੁਣ ਇਹ ਸਵਾਲ ਦਾ ਜਵਾਬ ਬੜਾ ਤਸੱਲੀ ਵਾਲਾ ਮਿਲਿਆ, ਜਿਹੜਾ ਇੱਕ ਸਿਰਜਣਹਾਰ ਨਾਲ ਜੁੜਿਆ, ਉਹ ਸਾਰਿਆਂ ਤੋਂ ਚੰਗਾ ਹੈ, ਉਹ ਸਾਰਿਆਂ ਤੋਂ ਵੱਡਾ ਹੈ। ਜਵਾਬ ਸੁਣ ਕੇ ਬਾਦਸ਼ਾਹ ਨੇ ਵਿਚਾਰਿਆ ਹੈ ਕਿ ਬੇਸ਼ੱਕ ਇਹਨਾਂ ਦਾ ਵੇਸ ਕੁਝ ਵੱਖਰਾ ਹੈ, ਭਾਵ ਵੀ ਇਹ ਸ਼ਸਤਰਧਾਰੀ ਨੇ। ਪਹਿਲੇ ਗੁਰੂ ਸਾਹਿਬਾਨ ਸ਼ਸਤਰ ਨਹੀਂ ਸਨ ਪਹਿਨਦੇ। ਬੇਸ਼ੱਕ ਬਾਹਰੀ ਸਰੂਪ ਕੁਝ ਵੱਖਰਾ ਨਜ਼ਰ ਆਉਂਦਾ ਹੈ, ਪਰ ਇਹਨਾਂ ਦੇ ਅੰਦਰਲੇ ਜੋ ਵਿਚਾਰ ਹਨ, ਪ੍ਰਥਮ ਗੁਰੂ ਕੇ ਮਤ ਸਮਮਤ ਹੈ, ਨਿਸ਼ਚਾ ਏਕ ਰੀਤ ਹੀ ਚਿਤ ਹੈ। ਇਹਨਾਂ ਦੇ ਅੰਦਰਲੀ ਵਿਚਾਰਧਾਰਾ ਪਹਿਲੇ ਗੁਰੂ ਸਾਹਿਬਾਨਾਂ ਵਾਲੀ ਹੀ ਹੈ। ਸੰਤ ਮਤ ਹੈ, ਗਿਆਨ ਤੋਂ, ਵਿਚਾਰ ਤੋਂ ਪਤਾ ਚੱਲ ਜਾਂਦਾ ਹੈ।
ਸੋ ਬਾਦਸ਼ਾਹ ਵਿਚਾਰ ਗਿਆ ਕਿ ਇਹ ਮਹਾਨ ਹਨ, ਪਹਿਲੇ ਗੁਰੂ ਸਹਿਬਾਨਾਂ ਦਾ ਹੀ ਸਰੂਪ ਹਨ। ਧੰਨ ਪੀਰ ਜੀ ਬਾਕ ਬਖਾਨਾ, ਸ਼੍ਰੀ ਨਾਨਕ ਕੋ ਹੋ ਤੁਮ ਥਾਨਾ। ਤੇ ਜਦੋਂ ਮਹਾਰਾਜ ਜੀਆਂ ਨੇ ਇਹ ਜਵਾਬ ਦਿੱਤਾ, ਕਹਿੰਦੇ ਨੇ ਹੱਥ ਜੋੜ ਕੇ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਪਾਤਸ਼ਾਹ ਤੁਸੀਂ ਧੰਨ ਹੋ, ਤੁਸੀਂ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ ਜੀ। ਜਿਨ ਕੋ ਸੋ ਜਸ ਚੰਦ ਸਮਚਾਰੋ, ਹਿੰਦ ਤੁਰਕ ਸਭ ਕਰਤ ਉਚਾਰੋ। ਜਿਨ੍ਹਾਂ ਦਾ ਸ੍ਰੇਸ਼ਟ ਜਸ ਚੰਦ ਵਾਂਗ ਸੁੰਦਰ ਹੈ, ਹਿੰਦੂ ਹੋਵੇ ਤੁਰਕ ਹੋਵੇ, ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੂਜਦੇ ਨੇ, ਸਾਰੇ ਉਹਨਾਂ ਦਾ ਜਸ ਕਰਦੇ ਨੇ, ਉਹਨਾਂ ਦੀ ਹੀ ਜੋਤ ਤੁਹਾਡੇ ਵਿੱਚ ਸਮਾਈ ਹੋਈ ਹੈ। ਇਮ ਕਹਿ ਅਰਪਿਓ ਦਰਬ ਹਜ਼ਾਰਾ, ਕਰੀ ਭੇਟ ਔਰ ਸ਼ਰਧਾ ਧਾਰਾ। ਤੇ ਇਸ ਤਰ੍ਹਾਂ ਕਹਿ ਕੇ ਪ੍ਰੇਮ ਭੇਟਾ ਵਜੋਂ, ਨਜ਼ਰਾਨੇ ਵਜੋਂ ਕਹਿੰਦੇ ਨੇ ਉਹਨਾਂ ਸਮਿਆਂ ਦਾ 1000 ਰੁਪਇਆ ਬੜੀ ਵੱਡੀ ਭੇਟਾ ਹੋਇਆ ਕਰਦੀ ਸੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ 1000 ਰੁਪਇਆ ਸ਼ਰਧਾ ਦੇ ਨਾਲ ਅਰਪਣ ਕੀਤਾ ਹੈ। ਸੋ ਜੇਠੇ ਨੇ ਲੀਨ ਉਠਾਏ, ਰੰਗ ਸਾਹੋ ਸੰਗ ਤੇ ਹਰ ਖਾਏ। ਤੇ ਪਾਤਸ਼ਾਹ ਜੀ ਦੇ ਅੱਗੇ ਜਦੋਂ ਉਹ ਭੇਟਾ ਰੱਖੀ ਗਈ ਹੈ, ਭਾਈ ਜੇਠਾ ਜੀ ਨੇ ਉਸ ਭੇਟਾ ਨੂੰ ਸੰਭਾਲਿਆ ਹੈ। ਤੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਵਾਰਤਾਲਾਪ ਵਿਚਾਰ ਆਦਿਕ ਕਰਨ ਤੋਂ ਬਾਅਦ ਸਾਰੇ ਬੜੇ ਪ੍ਰਸੰਨ ਹੋਏ ਹਨ। ਦੋਹਰਾ ਖੁਸ਼ੀ ਕਰੋ ਨਿਜ ਪੀਰ ਜੀ, ਸਭ ਸਥਾਨ ਨਿਜ ਜਾਨ। ਦੇਹ ਦਰਸ਼ਨ ਕੋ ਦਿਨ ਇਹਾ, ਮਮ ਇਸ ਪੂਰਨ ਠਾਨ। ਤੇ ਕਹਿੰਦੇ ਨੇ ਬਾਦਸ਼ਾਹ ਨੇ ਹੱਥ ਜੋੜ ਕੇ ਇੱਕ ਬੇਨਤੀ ਕੀਤੀ। ਕਾਫੀ ਸਮੇਂ ਤੋਂ ਸਭਾ ਲੱਗੀ ਹੋਈ ਸੀ, ਸਭਾ ਦੀ ਸਮਾਪਤੀ ਦਾ ਸਮਾਂ ਹੈ। ਆਖਰੀ ਬੇਨਤੀ ਇੱਕ ਜਹਾਂਗੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕਰਦਾ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ ਰਹਿਮਤ ਕਰੋ, ਖੁਸ਼ੀ ਵਰਸਾਓ। ਸਤਿਗੁਰੂ ਜੀ ਆਪ ਜੀ ਇਹਨਾਂ ਸਾਰੇ ਸਥਾਨਾਂ ਨੂੰ ਆਪਣੇ ਹੀ ਸਥਾਨ ਜਾਣੋ, ਜਿੱਥੇ ਆਪ ਜੀ ਦੀ ਮੌਜ ਹੈ, ਆਪ ਜੀ ਵਿਚਰ ਸਕਦੇ ਹੋ। ਮੇਰੀ ਇਹ ਬੇਨਤੀ ਹੈ ਕਿ ਹਰ ਰੋਜ਼ ਦਿਨ ਦੇ ਸਮੇਂ ਇੱਥੇ ਆ ਕੇ ਮੈਨੂੰ ਦਰਸ਼ਨ ਦਿਆ ਕਰੋ ਜੀ। ਚੌਪਈ ਇਮ ਕਹਿ ਸੁਨ ਕਹਿ ਕਰੇ ਵਿਸਰਜਨ, ਉਠ ਨਿਕਸੇ ਲੈ ਆਪਣੇ ਸਿੱਖ ਜਨ। ਇਸ ਤਰ੍ਹਾਂ ਕਹਿ ਸੁਣ ਕੇ ਸਭਾ ਦੀ ਸਮਾਪਤੀ ਹੋਈ ਹੈ। ਕਹਿੰਦੇ ਨੇ ਗੁਰੂ ਮਹਾਰਾਜ ਜੀ ਆਪਣੇ ਪਿਆਰ ਵਾਲੇ 5 ਸਿੱਖਾਂ ਦੇ ਨਾਲ ਵਾਪਸ ਅਸਥਾਨ ਨੂੰ ਚੱਲ ਪਏ ਨੇ। ਔਰ ਬਾਦਸ਼ਾਹ ਨੇ ਫਿਰ ਸਾਹੋ ਸਭਾ ਬਰਖਾਸਤ ਭਈ, ਨਿਜ ਨਿਜ ਥਾਨ ਸਕਲ ਚੱਲ ਗਈ। ਸਭਾ ਬਰਖਾਸਤ ਕਰ ਦਿੱਤੀ ਹੈ, ਸਾਰੇ ਆਪੋ ਆਪਣੇ ਸਥਾਨਾਂ ਨੂੰ ਚੱਲ ਪਏ ਹਨ। ਆਏ ਸ੍ਰੀ ਸਤਿਗੁਰ ਨਿਜ ਡੇਰੇ, ਚਾਹੁ ਦਿਸ ਬੰਧਨ ਹੋਤ ਕਨੇਰੇ। ਤੇ ਮਜਨੂ ਦੇ ਟਿੱਲੇ ਜਿੱਥੇ ਮੇਰੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਸੀ, ਡੇਰੇ ਲਾਏ ਹੋਏ ਸਨ, ਸਤਿਗੁਰੂ ਮਹਾਰਾਜ ਜੀ ਉਸ ਡੇਰੇ ਆ ਗਏ ਹਨ। ਤੀਰ ਤੀਰ ਗਮਨੇ ਗੁਰ ਤੀਰ, ਹੇਰਤ ਬਿਮਲ ਪ੍ਰਵਾਹਤ ਨੀਰ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀਆਂ ਨੇ ਕਹਿੰਦੇ ਨੇ ਆ ਕਰਕੇ ਡੇਰੇ ਵਿੱਚ ਵਿਸਰਾਮ ਕੀਤਾ ਹੈ। ਉਹਦੇ ਤੋਂ ਬਾਅਦ ਬਹਰ ਉਠੇ ਚੜ ਚਲੇ ਤੁਰੰਗ, ਨਦੀ ਬਲੋਕਨ ਸ਼ਿਆਮਲ ਰੰਗ। ਫਿਰ ਉੱਠ ਕੇ ਘੋੜੇ ਤੇ ਚੜ ਪਏ ਨੇ ਔਰ ਜਮਨਾ ਨੂੰ ਵੇਖਣ ਚਲੇ ਗਏ ਨੇ। ਤੀਰ ਤੀਰ ਗਮਨੇ ਗੁਰ ਤੀਰ, ਹੇਰਤ ਬਿਮਲ ਪ੍ਰਵਾਹਤ ਨੀਰ। ਧੀਰ ਜਵਾਨ ਸਤਿਗੁਰੂ ਜੀ ਨਦੀ ਦੇ ਕਿਨਾਰੇ ਕਿਨਾਰੇ ਚੱਲਦੇ ਗਏ, ਨਿਰਮਲ ਜਲ ਦੇ ਪ੍ਰਵਾਹ ਨੂੰ ਵੇਖਦੇ ਜਾਂਦੇ ਸਨ। ਉਧਰ ਬਾਦਸ਼ਾਹ ਨੂੰ ਇਹ ਵੀ ਖਬਰ ਮਿਲੀ ਹੈ, ਸਤਿਗੁਰੂ ਮਹਾਰਾਜ ਜੀ ਬੜੇ ਮਹਾਨ ਸ਼ਸਤਰਬਾਜੀ ਵਿੱਚ ਨਿਪੁੰਨ ਹਨ। ਨਿਸ਼ਾਨ 'ਚ ਇਹਨਾਂ ਵਰਗਾ ਕੋਈ ਨਹੀਂ ਹੈ। ਇਹਨਾਂ ਦੇ ਤੀਰ ਦਾ ਨਿਸ਼ਾਨਾ, ਇਹਨਾਂ ਦੀ ਕਿਰਪਾਨ ਦਾ ਵਾਰ ਕਦੇ ਖਾਲੀ ਨਹੀਂ ਜਾਂਦਾ ਹੈ। ਤੇ ਕਹਿੰਦੇ ਨੇ ਸ਼ਿਕਾਰ ਕਰਨ ਦੇ ਲਈ ਬਾਦਸ਼ਾਹ ਨੇ ਨਿਕਲਣਾ ਹੈ। ਉਹਨੇ ਮਨ ਬਣਾਇਆ ਕਿਉਂ ਨਾ ਸਤਿਗੁਰੂ ਮਹਾਰਾਜ ਜੀ ਦੀ ਸ਼ਸਤਰਬਾਜੀ ਦੇ ਵੀ ਦਰਸ਼ਨ ਕੀਤੇ ਜਾਣ। ਸੁਣਿਆ ਬੜੇ ਮਹਾਨ ਨੇ,
ਸੁਣਿਆ ਇਹਨਾਂ ਦਾ ਵਾਰ ਖਾਲੀ ਨਹੀਂ ਜਾਂਦਾ। ਸੋ ਬਾਦਸ਼ਾਹ ਨੂੰ ਖਬਰ ਮਿਲੀ ਸੀ ਜੰਗਲ ਦੇ ਇੱਕ ਪਾਸੇ ਇੱਕ ਬੜਾ ਖੂੰਖਾਰ ਬੱਬਰ ਸ਼ੇਰ ਰਹਿੰਦਾ ਹੈ, ਜਿਹਦੇ ਸਾਹਮਣੇ ਅੱਜ ਤੱਕ ਕਿਸੇ ਦੇ ਪੈਰ ਨਹੀਂ ਸਨ ਲੱਗੇ। ਇਹਨੇ ਸੋਚਿਆ ਮਹਾਰਾਜ ਜੀ ਦੀ ਸੂਰਮਤਾਈ ਵੀ ਦੇਖ ਲਵਾਂਗੇ, ਮਹਾਨਤਾ ਦੇ ਦਰਸ਼ਨ ਕਰਾਂਗੇ, ਕਿਉਂ ਨਾ ਸ਼ਿਕਾਰ ਖੇਡਣ ਜਾਇਆ ਜਾਵੇ ਤੇ ਉਸ ਸ਼ੇਰ ਦੇ ਸਾਹਮਣੇ ਸਤਿਗੁਰੂ ਮਹਾਰਾਜ ਜੀ ਦੀ ਬਹਾਦਰੀ ਦਾ ਕਿੱਸਾ ਅੱਖੀਂ ਦੇਖਿਆ ਜਾਵੇ। ਸੋ ਕਿਵੇਂ ਇਹ ਸਤਿਗੁਰੂ ਜੀ ਨੂੰ ਸੰਗ ਲੈ ਕੇ ਚੱਲਦਾ ਹੈ। ਸ਼ੇਰ ਦਾ ਸ਼ਿਕਾਰ ਜਿਹਦੇ ਅੱਗੇ ਸਾਰੇ ਢੇਰ ਹੋ ਜਾਣ, ਵੱਡੇ ਵੱਡੇ ਸੂਰਮੇ ਪੱਬ ਛੱਡ ਜਾਂਦੇ ਸਨ। ਮਹਾਰਾਜ ਜੀ ਚੜ੍ਹਦੀ ਉਮਰ ਵਿੱਚ ਉਸ ਸ਼ੇਰ ਦਾ ਸ਼ਿਕਾਰ ਕਰਨਗੇ। ਬਾਹੂਬਲੀ ਅੰਤਾਂ ਦਾ ਬਲ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਵਿੱਚ ਹੈ। ਕਿਵੇਂ ਮੇਰੇ ਪਾਤਸ਼ਾਹ ਜੀ ਸ਼ੇਰ ਦਾ ਸ਼ਿਕਾਰ ਕਰਦੇ ਨੇ, ਕਿਵੇਂ ਸਤਿਗੁਰੂ ਮਹਾਰਾਜ ਜੀ ਅੱਗੇ ਰਹਿਮਤ ਵਰਤਾਉਂਦੇ ਨੇ, ਇਹ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਨ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਸ਼ਮਾ। ਆਓ ਆਖਰੀ ਪੰਕਤੀਆਂ ਸਰਵਨ ਕਰੋ। ਇੱਥੇ ਹੀ ਸਮਾਪਤੀ ਹੈ ਜੀ। ਬਹੁਰ ਉਠੇ ਚੜ ਚਲੇ ਤੋ ਰੰਗ, ਨਦੀ ਬਲੋਕਨ ਸ਼ਿਆਮਲ ਰੰਗ, ਤੀਰ ਤੀਰ ਗਮਨੇ ਗੁਰ ਧੀਰ, ਹੇਰਤ ਬਿਮਲ ਪਰਵਾਹਤ ਨੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।